तुम बख्शन हारे। हम अपराधी सद भूलते, तुम बख्शन हारे। चवर छतर तख्त दे मालिक गुरता गद्दी ते सुभाईमान, निमाणिਆਂ ਦੇ ਮਾਣ सतगुरु, ਨਿਤਾਣਿਆਂ ਦੇ ਤਾਣ सतगुरु, ਸਾਂਝੀ ਵਾਲਤਾ ਦੇ ਪ੍ਰਤੀਕ ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਕੱਦਸ ਗੋਦ ਅੰਦਰ ਬਿਰਾਜਮਾਨ ਸਤ ਸੰਗੀ ਜਨੋ ਵਡਭਾਗੇ ਹੋ, ਗੁਰੂ ਆਸੀਸ ਤੇ ਪਾਤਰ ਹੋ। ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਾਹਿਬ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਅਤੇ ਗੁਰੂ ਗਿਆਨ ਦੇ ਮੁਤਲਾਸ਼ੀ ਹੋ ਕਰਕੇ ਗੁਰੂ ਗੋਦ ਅੰਦਰ ਜੁੜੇ ਹੋ। ਪਾਵਨ ਅਸਥਾਨ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ, ਜਿਸ ਤਹਿਤ ਅੱਜ ਦਾ ਜੋ ਮੁਬਾਰਕ ਵਚਨ ਵਿਚਾਰ ਅਧੀਨ ਹੈ, ਆਪ ਜੀ ਨੇ ਪਾਵਨ ਵਚਨ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤਿਨਾਂ ਪਾਸੋਂ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਮੁਬਾਰਕ ਵਚਨ ਜੋ ਕਿ ਮਾਝ ਰਾਗ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 129 ਅਤੇ 30 ਉੱਤੇ ਸੁਭਾਈਮਾਨ ਹੈ। ਇਹਨਾਂ ਪਾਵਨ ਬਚਨਾਂ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਕੀ ਰਹਿਮਤਾਂ ਬਖਸ਼ਿਸ਼ਾਂ ਪਰਉਪਕਾਰ ਕਰ ਰਹੇ ਨੇ। ਪਾਵਨ ਬਚਨ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹਨ ਅਤੇ ਇਲੈਕਟ੍ਰੋਨਿਕ ਮੀਡੀਅਮ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਆਨੰਦ ਲੈ ਰਹੇ ਹੋ, ਸਮੂਹ ਸੰਗਤ ਆਸੀਸ ਬਖਸ਼ੋ। ਕਲਗੀਧਰ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਮਿੱਠੀ ਆਸੀਸ ਗੁਰੂ ਫਤਿਹ ਨਾਲ ਸਾਂਝ ਪਾਈਏ। ਰਸਨਾ ਨੂੰ ਕਰੋ ਪਵਿੱਤਰ, ਆਸੀਸ ਬਖਸ਼ੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁਬਾਰਕ ਬਚਨ ਦੇ ਅੰਦਰ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਬਿਆਨ ਕੀਤਾ ਹੈ ਅਤੇ ਮਹਾਰਾਜ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਸਿੱਖ ਦਾ ਰੱਬ ਕਿਹੜਾ ਹੈ, ਉਸ ਦੇ ਨਾਲ ਜੁੜਿਆ ਕਿਵੇਂ ਜਾਏਗਾ, ਕਿਵੇਂ ਉਸ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜੇ
ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ ਗਏ, ਉਹਨਾਂ ਦੇ ਜੀਵਨ ਵਿੱਚ ਕੀ ਆਨੰਦ ਬਣਿਆ, ਤੇ ਜਿਹੜੇ ਗੁਰੂ ਤੋਂ ਟੁੱਟ ਜਾਂਦੇ ਨੇ ਉਹਨਾਂ ਦੇ ਜੀਵਨ ਦੀ ਹਾਲਾਤ ਕੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਬਚਨ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਪੇ ਕਰਦੇ ਹਨ। ਮਾਝ ਮਹੱਲਾ ਚੌਥਾ। ਮਾਝ ਰਾਗ ਹੈ ਅਤੇ ਚੌਥੇ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਆਦ ਪੁਰਖ ਅਪਰੰਪਰ ਆਪੇ। ਆਦ ਸ਼ਬਦ ਦਾ ਅਰਥ ਹੈ ਮੁੱਢ, ਕਦੀਮ। ਗੁਰਮਤਿ ਦਾ ਇਹ ਸਭ ਤੋਂ ਮੁੱਢਲਾ ਅਸੂਲ ਹੈ ਕਿ ਸਾਰਿਆਂ ਤੋਂ ਪਹਿਲਾਂ ਜਿਸ ਰੱਬ ਨਾਲ ਅਸੀਂ ਜੁੜਨਾ ਹੈ, ਸਾਨੂੰ ਉਸ ਰੱਬ ਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਿਉਂਕਿ ਧਿਆਨ ਦੇਣਾ, ਮੰਜ਼ਿਲ ਤਾਂ ਹੀ ਤੈਅ ਹੁੰਦੀ ਭਾਗਾਂ ਵਾਲਿਓ ਜੇ ਸਾਨੂੰ ਸਹੀ ਰਸਤੇ ਦਾ ਪਤਾ ਹੋਵੇ। ਜੇ ਬੰਦਾ ਤੁਰ ਪਵੇ, ਸਾਨੂੰ ਮੰਜ਼ਿਲ ਤਾਂ ਹੀ ਤੈਅ ਹੁੰਦੀ ਭਾਗਾਂ ਵਾਲਿਓ ਜੇ ਸਾਨੂੰ ਸਹੀ ਰਸਤੇ ਦਾ ਪਤਾ ਹੋਵੇ। ਜੇ ਬੰਦਾ ਤੁਰ ਪਵੇ, ਉਹਨੂੰ ਸਹੀ ਰਸਤੇ ਦਾ ਪਤਾ ਨਾ ਹੋਵੇ, ਭਟਕਣਾ ਤੇ ਰਹਿ ਜਾਏਗੀ, ਪਰ ਉਹ ਕਦੀ ਵੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਿੱਖ ਦਾ ਰੱਬ ਹੈ ਜਿਹੜਾ ਜੰਮਦਾ ਮਰਦਾ ਨਹੀਂ ਹੈ। ਆਦ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਮਾਰੂ ਰਾਗ ਅੰਦਰ ਬੜਾ ਪਿਆਰਾ ਬਚਨ ਕੀਤਾ। ਮਹਾਰਾਜ ਕਹਿੰਦੇ ਇਹ ਬੰਦਿਆ ਯਾਦ ਰੱਖੀ, ਉਸ ਮਾਲਕ ਵਾਹਿਗੁਰੂ ਨੇ ਕਾਇਨਾਤ ਬਣਾਈ ਹੈ। ਇੱਕ ਸਮਾਂ ਉਹ ਵੀ ਸੀ ਕਾਇਨਾਤ ਨਹੀਂ ਸੀ, ਤੇ ਹੁਣ ਕਿਤੇ ਤੈਨੂੰ ਇਹ ਭੁਲੇਖਾ ਨਾ ਹੋਵੇ ਵੀ ਜਦੋਂ ਕਾਇਨਾਤ ਨਹੀਂ ਸੀ ਤੇ ਉਦੋਂ ਰੱਬ ਨਹੀਂ ਸੀ। ਆਪਾਂ ਉਹ ਬਚਨ ਪੜ੍ਹਦੇ ਹਾਂ, ਅਰਬਦ ਨਰਬਦ ਧੁੰਦੂਕਾਰਾ। ਅਰਬਦ ਦਾ ਅਰਥ ਹੈ 10 ਕਰੋੜ, ਨਰਬਦ ਦਾ ਅਰਥ ਹੈ ਜਿੱਥੇ ਗਿਣਤੀ ਨਾ ਹੋਵੇ। ਕਹਿਣ ਤੋਂ ਭਾਵ ਕਿ ਜਦੋਂ ਕਾਇਨਾਤ ਹੈ ਹੀ ਨਹੀਂ ਸੀ। ਧੁੰਦੂਕਾਰਾ, ਬਿਲਕੁਲ ਧੁੰਦ ਪਸਰੀ ਹੋਈ ਸੀ, ਜਿਹਨੂੰ ਸਾਇੰਸ ਨੇ ਗੈਸਾਂ ਦਾ ਮਿਸ਼ਨ ਵੀ ਆਖਿਆ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ। ਨਾ ਉਸ ਵੇਲੇ ਧਰਤੀ ਸੀ, ਨਾ ਉਸ ਵੇਲੇ ਆਕਾਸ਼ ਸੀ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ। ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ। ਪਰ ਐਸਾ ਨਹੀਂ ਹੈ ਕਿ ਉਹ ਰੱਬ ਨਹੀਂ ਸੀ। ਸੁਨ ਸਮਾਦ ਲਗਾਇੰਦਾ, ਉਹ ਮਾਲਕ ਉਸ ਵੇਲੇ ਵੀ, ਮੁੱਢ 'ਚ ਵੀ ਉਸ ਵੇਲੇ ਵੀ ਸੀ ਜਿਸ ਵੇਲੇ ਕਾਇਨਾਤ ਹੋਂਦ ਵਿੱਚ ਨਹੀਂ ਸੀ। ਤੇ ਇਹ ਵੀ ਯਾਦ ਰੱਖੀ, ਜਿਉ ਮਾਲਕ ਵਾਹਿਗੁਰੂ ਕਾਇਨਾਤ ਬਣਾਉਂਦਾ ਹੈ ਤੇ ਉਹ ਮਾਲਕ ਵਾਹਿਗੁਰੂ ਫਨਾ ਵੀ ਕਰ ਸਕਦਾ ਹੈ। ਜਿੱਥੇ ਉਹਦੇ ਹੁਕਮ ਅਨੁਸਾਰ ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤੇ ਉਹ ਮਾਲਕ ਵਾਹਿਗੁਰੂ ਜਿਸ ਦੇ ਹੁਕਮ ਨਾਲ ਇਹ ਕਾਇਨਾਤ ਬਣੀ, ਤੇ ਮਾਲਕ ਵਾਹਿਗੁਰੂ ਸਾਰਿਆਂ ਤੋਂ ਪਹਿਲਾਂ ਆਪ ਸੀ। ਤੇ ਐਸਾ ਨਾ ਹੋਵੇ ਕਿ ਜਿਸ ਦਿਨ ਕਾਇਨਾਤ ਨਾ ਰਵੇ, ਉਹਦੀ ਮੌਜ ਹੈ, ਤੇ ਤੂੰ ਆਖੇ ਕਿ ਰੱਬ ਨਹੀਂ ਰਹੇਗਾ। ਰੱਬ ਉਸ ਵੇਲੇ ਵੀ ਹੋਏਗਾ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਸਿੱਖ ਦਾ ਰੱਬ ਕਿਹੜਾ ਹੈ ਜੀ? ਜਿਹੜਾ ਜੰਮਦਾ ਮਰਦਾ ਨਹੀਂ ਹੈ। ਇਹ ਪਹਿਚਾਨ ਜਿਸ ਦਿਨ ਸਾਡੇ ਦਿਮਾਗ ਵਿੱਚ ਵਸ ਗਈ ਨਾ ਭਾਗਾਂ ਵਾਲੇ, ਫਿਰ ਅਸੀਂ ਸਹੀ ਰਸਤੇ ਦੇ ਉੱਤੇ ਤੁਰ ਪਵਾਂਗੇ। ਮਹਾਰਾਜ ਕਹਿ ਲਗੇ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਆਦ ਪੁਰਖ। ਪੁਰਖ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਾਇਨਾਤ ਵਿੱਚ ਹਾਜ਼ਰ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਕਰਤਾ ਪੁਰਖ। ਕਰਤੇ ਦਾ ਅਰਥ ਹੈ ਬਣਾਉਣ ਵਾਲਾ।
ਤੇ ਪੁਰਖ ਦਾ ਅਰਥ ਹੈ ਰਮਿਆ ਹੋਇਆ, ਸਰਬ ਵਿਆਪਕ। ਸੰਸਾਰ ਦੇ ਕਰਤੇ ਕਿਰਤ ਨੂੰ ਬਣਾ ਕੇ ਉਸ ਤੋਂ ਦੂਰ ਚਲੇ ਜਾਂਦੇ। ਕਰਤਾ ਕਿਤੇ ਹੈ, ਉਹਦੀ ਬਣਾਈ ਕਿਰਤ ਕਿਤੇ ਹੈ। ਕਿਸੇ ਮਿਸਤਰੀ ਨੇ ਬਿਲਡਿੰਗ ਬਣਾਈ, ਬਿਲਡਿੰਗ ਬਣਾ ਕੇ ਆਪ ਉਹ ਚਲਿਆ ਗਿਆ, ਬਿਲਡਿੰਗ ਕਿਤੇ ਰਹਿ ਗਈ ਤੇ ਮਿਸਤਰੀ ਕਿਤੇ ਚਲਿਆ ਗਿਆ। ਸਮਾਂ ਪਏਗਾ, ਬਿਲਡਿੰਗ ਰਹਿ ਜਾਏਗੀ, ਉਸ ਨੂੰ ਬਣਾਉਣ ਵਾਲਾ ਨਹੀਂ ਰਹੇਗਾ। ਪਰ ਮਹਾਰਾਜ ਕਹਿੰਦੇ ਧਿਆਨ ਰੱਖੀ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਮੁੱਢ ਤੋਂ ਕਦੀਮ ਤੋਂ ਸੱਚ ਹੈ, ਸਦੀਵੀ ਹੈ, ਉੱਥੇ ਉਹ ਮਾਲਕ ਵਾਹਿਗੁਰੂ ਕਾਇਨਾਤ ਨੂੰ ਬਣਾ ਕੇ ਕਾਇਨਾਤ ਵਿੱਚ ਰਮਿਆ ਹੈ, ਬੈਠਾ ਹੈ, ਜੁਦਾ ਨਹੀਂ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਆਦ ਪੁਰਖ ਅਪਰੰਪਰ ਆਪੇ। ਅਪਰੰਪਰ ਦਾ ਅਰਥ ਹੈ ਕਿ ਉਹ ਮਾਲਕ ਵਾਹਿਗੁਰੂ ਜਿਹਦਾ ਕੋਈ ਪਰਲਾ ਬੰਨਾ ਨਹੀਂ। ਕਹਿਣ ਤੋਂ ਭਾਵ ਸੀ, ਹੈ ਤੇ ਸਦੀਵੀ ਤੌਰ ਤੇ ਰਹੇਗਾ। ਆਪੇ, ਤੇ ਆਪੇ ਤੋਂ ਭਾਵ ਹੈ ਉਹ ਮਾਲਕ ਵਾਹਿਗੁਰੂ ਆਪਣੇ ਆਪ ਤੋਂ ਹੈ। ਉਹ ਜੰਮਦਾ ਮਰਦਾ ਨਹੀਂ ਹੈ। ਅਜੂਨੀ, ਜੂਨੀ ਦਾ ਅਰਥ ਹੈ ਜੂਨਾ ਵਿੱਚ ਆਉਣ ਵਾਲਾ, ਤੇ ਜਦੋਂ ਐੜਾ ਅਗੇਤਰ ਨਾ ਪੱਕੀ ਤੇ ਬਣਿਆ ਅਜੂਨੀ, ਭਾਵ ਜਿਹੜਾ ਜੂਨਾ ਵਿੱਚ ਨਹੀਂ ਆਉਂਦਾ। ਬਾਬਾ ਕਬੀਰ ਜੀ ਨੇ ਬਚਨ ਕੀਤਾ ਨਾ ਕਿ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਕੋ ਰੇ, ਕਬੀਰ ਕੋ ਸੁਆਮੀ ਐਸੋ ਠਾकुर, ਜਾਕੋ ਮਾਈ ਨਾ ਬਾਪੋ ਰੇ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਮਾਂ ਦੀ ਗਰਭ ਚੋਂ ਨਹੀਂ ਹੈ, ਉਹ ਆਪਣੇ ਆਪ ਤੋਂ ਹੈ। ਉਹਨੇ ਕਾਇਨਾਤ ਨੂੰ ਬਣਾਇਆ ਹੈ ਤੇ ਉਹ ਕਾਇਨਾਤ ਵਿੱਚ ਰਮਿਆ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਪੇ ਬਖਸ਼ਿਸ਼ ਕਰਦੇ ਹਨ, ਆਪੇ ਥਾਪੇ, ਥਾਪ ਉਥਾਪੇ। ਆਪੇ ਥਾਪੇ ਤੋਂ ਭਾਵ ਉਹ ਆਪ ਕਾਇਨਾਤ ਬਣਾਉਂਦਾ ਹੈ। ਆਸਾ ਕੀ ਵਾਰ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ ਤੇ ਆਪਾਂ ਬਚਨ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਫਿਰ ਉਹਨੇ ਕਾਇਨਾਤ ਬਣਾਈ ਹੈ। ਇੱਕ ਮੈਂ ਬੇਨਤੀ ਕਰ ਦਵਾਂ, ਧਿਆਨ ਨਾਲ ਸਰਵਣ ਕਰਿਓ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੀ, ਉਹਨੇ ਕਾਇਨਾਤ ਨੂੰ ਬਣਾਇਆ। ਤੇ ਜਦੋਂ ਕਾਇਨਾਤ ਨੂੰ ਬਣਾਇਆ ਨਾ ਜੀ, ਉਹਨੇ ਚਾਰ ਖਾਣੀਆਂ ਤੋਂ ਇਸ ਕਾਇਨਾਤ ਨੂੰ ਹੋਂਦ ਵਿੱਚ ਲੈ ਕੇ ਆਉਂਦਾ। ਅੰਡਜ, ਜੇਰਜ, ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਅੰਡਜ ਤੋਂ ਭਾਵ ਹੈ ਸੰਸਾਰ ਤੇ ਜਿੰਨੇ ਵੀ ਪੰਛੀ ਹਨ ਜੀ, ਇਹ ਸਾਰੇ ਅੰਡਜ ਖਾਣੀ ਦੀ ਪੈਦਾਇਸ਼ ਹਨ, ਅੰਡੇ ਤੋਂ ਪੈਦਾ ਹੁੰਦੇ। ਜੇਰਜ ਤੋਂ ਭਾਵ ਹੈ ਜੇਰ ਤੋਂ, ਵੀਰਜ ਤੋਂ, ਪਾਣੀ ਤੋਂ ਪੈਦਾ ਹੋਣ ਵਾਲੇ। ਤੇ ਜਿੰਨੇ ਵੀ ਸੰਸਾਰ ਦੇ ਪਸ਼ੂ ਹਨ ਤੇ ਮਨੁੱਖ, ਅਸੀਂ ਜੇਰ ਖਾਣੀ ਦੀ ਪੈਦਾਇਸ਼ ਹਾਂ। ਸੇਤਜ, ਸੇਤਜ ਦਾ ਅਰਥ ਹੈ ਸਮੇਂ ਦਾ ਪ੍ਰਭਾਵ, ਨਮੀ। ਮੀਂਹ ਪਿਆ, ਧਰਤੀ 'ਚ ਗਡੋਏ ਨਿਕਲ ਆਏ, ਸਿਰ 'ਚ ਗਰਮੀ ਹੋ ਗਈ ਤੇ ਜੂਆਂ ਪੈ ਗਈਆਂ। ਲੱਕੜ ਨੂੰ ਘੁਣ ਲੱਗਾ ਤੇ ਉਹਦੇ ਅੰਦਰ ਵੀ ਜੀਵ ਪੈਦਾ ਹੋ ਗਏ। ਇਹ ਵੀ ਇੱਕ ਮਾਲਕ ਨੇ ਖਾਣੀ ਬਣਾਈ ਹੈ ਜਿਹਦੇ ਨਾਲ ਜੀਵ ਪੈਦਾ ਹੋ ਰਹੇ ਆ। ਤੇ ਚੌਥੀ ਖਾਣੀ ਹੈ ਉਤ ਭੁਜ। ਉਤ ਭੁਜ ਤੋਂ ਭਾਵ ਧਰਤੀ ਦੀ ਕੁੱਖ ਤੋਂ। ਜਿੰਨੇ ਵੀ ਸੰਸਾਰ ਦੀ ਬਨਾਸਪਤੀ ਹੈ, ਰੁੱਖ ਹਨ, ਭਾਗਾਂ ਵਾਲਿਓ, ਇਹ ਉਤ ਭੁਜ ਖਾਣੀ ਦੀ ਪੈਦਾਇਸ਼ ਹੈ। ਪਰ ਯਾਦ ਰੱਖਿਓ, ਕਿਉਂ ਅਸੀਂ ਕਿਸੇ ਆਕਾਰ ਨਾਲ ਨਹੀਂ ਜੁੜਨਾ? ਕਿਉਂ ਸਿੱਖ ਨੇ ਕਿਸੇ ਹੋਰ ਨਾਲ ਨਹੀਂ ਜੁੜਨਾ? ਇੱਕ ਨਾਲ ਕਿਉਂ ਜੁੜਨਾ ਹੈ? ਕਿਉਂਕਿ ਮਹਾਰਾਜ ਇੱਕ ਬੇਨਤੀ ਸਤਿਗੁਰੂ ਜੀ ਦੇ ਬਚਨਾਂ 'ਚ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਯਾਦ ਰੱਖੀ, ਜਿਹੜੀ ਵੀ ਚੀਜ਼ ਸੰਸਾਰ ਤੇ ਬਣੀ ਹੈ ਨਾ, ਉਹਨੇ ਇੱਕ ਨਾ ਇੱਕ ਦਿਨ ਨਾਸ਼ ਹੋਣਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਜਿਹੜੀ ਵੀ ਚੀਜ਼ ਪੈਦਾ ਹੋਈ ਹੈ, ਜਿਹੜਾ ਵੀ ਦਿਸਦਾ ਪਸਾਰਾ ਹੈ, ਉਹ ਅੱਜ ਹੈ, ਸਮਾਂ ਪੈ ਕੇ ਨਾਸ਼ ਹੋ ਜਾਏਗਾ। ਤੇ ਪਿਆਰਿਓ,
ਜੇ ਕਿਸੇ ਰੁੱਖ ਨੂੰ ਰੱਬ ਮੰਨਿਆ, ਜੇ ਕਿਸੇ ਪੰਛੀ ਨੂੰ ਰੱਬ ਮੰਨਿਆ, ਜੇ ਕਿਸੇ ਰੁੱਖ ਨੂੰ ਰੱਬ ਮੰਨਿਆ, ਜੇ ਕਿਸੇ ਮਨੁੱਖ ਨੂੰ ਰੱਬ, ਪਸ਼ੂ ਨੂੰ ਰੱਬ ਮੰਨਿਆ, ਤੇ ਜਦੋਂ ਨਹੀਂ ਰਹੇਗਾ ਤੇ ਫਿਰ ਕੀ ਆਖਾਂਗੇ? ਰੱਬ ਨਹੀਂ ਰਿਹਾ। ਫਿਰ ਕੀ ਆਖਾਂਗੇ? ਜੀ ਸਾਡਾ ਰੱਬ ਮਰ ਗਿਆ। ਪਰ ਨਹੀਂ, ਰੱਬ ਦੀ ਪਹਿਚਾਨ ਕੀ ਹੈ? ਸਤਿਗੁਰ ਮੇਰਾ ਸਦਾ ਸਦਾ। ਉਹ ਤਾਂ ਸਦੀਵੀ ਤੌਰ ਤੇ ਰਹਿਣ ਵਾਲਾ ਹੈ। ਹਰ ਰੋਜ਼ ਆਪਾਂ ਜਿਸ ਵੇਲੇ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿੰਨਾ ਪਿਆਰਾ ਸਤਿਗੁਰੂ ਸਾਨੂੰ ਸਮਝਾਉਂਦੇ ਹੈ। ਜਿੱਥੇ ਮਹਾਰਾਜ ਕਹਿੰਦੇ ਹੋ ਹੀ ਨਹੀਂ ਸਕਦਾ ਕਿ ਕੋਈ ਰੱਬ ਨੂੰ ਥਾਪ ਦੇ ਤੇ ਆਖੇ ਜੀ ਅੱਜ ਤੋਂ ਰੱਬ ਹੈ। ਕਹਿੰਦੇ ਨਹੀਂ, ਰੱਬ ਕਦੀ ਵੀ ਥਾਪਿਆ ਨਹੀਂ ਜਾਂਦਾ। ਰੱਬ ਕਿਸੇ ਦੇ ਬਣਾਇਆ ਬਣਦਾ ਨਹੀਂ। ਤੇ ਧਿਆਨ ਰੱਖਿਓ, ਜੇ ਕਿਸੇ ਨੂੰ ਰੱਬ ਥਾਪ ਦਿੱਤਾ ਤੇ ਆਖਿਆ ਜੀ ਅੱਜ ਤੋਂ ਇਹ ਰੱਬ ਹੈ, ਫਿਰ ਤੇ ਇਹ ਕਹਿਣਾ ਪਏਗਾ ਬੰਦੇ ਨੇ ਰੱਬ ਬਣਾਇਆ। ਰੱਬ ਨੇ ਬੰਦੇ ਨੂੰ ਨਹੀਂ ਬਣਾਇਆ। ਮੇਰੀ ਬੇਨਤੀ ਨੂੰ ਫਿਰ ਸਰਵਿਸ ਕਰਿਓ। ਜੇ ਕਿਸੇ ਵੀ ਦਿਸਦੇ ਪਸਾਰੇ ਦੀ ਕਿਸੇ ਵੀ ਚੀਜ਼ ਨੂੰ, ਪੱਥਰ ਨੂੰ, ਰੁੱਖ ਨੂੰ, ਪਸ਼ੂ ਨੂੰ ਆਖ ਦਿੱਤਾ ਜੀ ਇਹ ਰੱਬ ਹੈ, ਇਹਨੂੰ ਥਾਪ ਦਿੱਤਾ ਜੀ ਅੱਜ ਤੋਂ ਇਹ ਸਾਡਾ ਰੱਬ ਹੈ, ਤੇ ਮਹਾਰਾਜ ਕਹਿ ਲਗੇ ਫਿਰ ਤੇ ਇਹ ਕਹਿਣਾ ਪਏਗਾ ਬੰਦਿਆ ਤੂੰ ਰੱਬ ਦੀਆਂ ਡਿਗਰੀਆਂ ਦਿੰਦਾ ਫਿਰਦਾ। ਨਹੀਂ, ਰੱਬ ਨੇ ਸਾਨੂੰ ਬਣਾਇਆ। ਬਣਾਉਣ ਵਾਲਾ ਵੱਡਾ ਹੁੰਦਾ ਹੈ, ਉਹਦੀ ਬਣਾਈ ਕਿਰਤ ਛੋਟੀ ਹੁੰਦੀ। ਫਿਰ ਤਾਂ ਕਹਿਣਾ ਪਏਗਾ ਰੱਬ ਬੰਦੇ ਤੋਂ ਛੋਟਾ ਹੋ ਗਿਆ। ਮਹਾਰਾਜ ਕਹਿ ਲਗੇ ਇਸ ਕਰਕੇ ਯਾਦ ਰੱਖੀ ਸਿੱਖਾ, ਜਿਸ ਰੱਬ ਨਾਲ ਤੂੰ ਜੁੜਨਾ ਹੈ, ਇਹ ਗੁਰਮਤ ਦਾ ਮੁੱਢਲਾ ਸਿਧਾਂਤ ਹੈ। ਭਾਗਾਂ ਵਾਲਿਓ, ਮਹਾਰਾਜ ਜੀ ਬਚਨ ਕਰਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਹੈ, ਉਹਨੂੰ ਕੋਈ ਬਣਾ ਨਹੀਂ ਸਕਦਾ। ਤਾਂ ਮਹਾਰਾਜ ਜੀ ਨੇ ਰਹਿਮਤ ਕੀਤੀ ਕਿ ਆਪੇ ਥਾਪੇ, ਉਹ ਆਪ ਕਾਇਨਾਤ ਬਣਾਉਂਦਾ ਹੈ। ਉਹਨੇ ਸੰਸਾਰ ਦੇ ਵਿੱਚ ਇੱਕ ਐਸੀ ਲਗਾਤਾਰ ਵਿਧੀ ਵਿਧਾਨ ਬਣਾ ਦਿੱਤਾ ਹੈ। ਸੰਸਾਰਕ ਤੌਰ ਤੇ ਨਾ ਭਾਗਾਂ ਵਾਲਿਓ, ਘਰ ਦੇ ਵਿੱਚ ਰਾਸ਼ਨ ਪਾਈਏ ਨਾ ਤੇ 1 ਮਹੀਨੇ ਬਾਅਦ 15 ਦਿਨਾਂ ਬਾਅਦ ਉਹ ਰਾਸ਼ਨ ਮੁੱਕ ਜਾਂਦਾ ਤੇ ਫਿਰ ਲੈ ਕੇ ਆਇਆ ਜਾਂਦਾ। ਔਰ ਉਹ ਮਾਲਕ ਵਾਹਿਗੁਰੂ ਨੇ ਕੈਸੀ ਕੰਟੀਨਿਊਟੀ ਇਸ ਸੰਸਾਰ 'ਚ ਬਣਾ ਦਿੱਤੀ। ਜੀਵ ਆਈ ਵੀ ਜਾਂਦੇ ਨੇ, ਜੀਵ ਜਾਈ ਵੀ ਜਾਂਦੇ। ਜਿਸ ਦਾ ਸਮਾਂ ਆਇਆ ਉਹ ਚਲਿਆ ਗਿਆ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਹਦਾ ਨਿਯਮ ਚੱਲ ਰਿਹਾ। ਆਪੇ ਥਾਪੇ ਆਪ ਬਣਾ ਵੀ ਰਿਹਾ। ਆਪ ਜੀ ਨੇ ਬਚਨ ਪੜਿਆ, ਆਪੇ ਸਾਜੇ ਕਰੇ ਆਪ, ਜਾਏ ਭੇ ਰੱਖੇ ਆਪ, ਤਿਸ ਵਿੱਚ ਜੰਤ ਉਪਾਏ ਕੈ, ਦੇਖੈ ਥਾਪ ਉਥਾਪ। ਉਹ ਬਣਾਉਂਦਾ ਵੀ ਹੈ, ਉਹ ਨਾਸ਼ ਵੀ ਕਰਦਾ ਹੈ। ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ, ਆਪੇ ਥਾਪੇ ਥਾਪ ਉਥਾਪੇ, ਸਭ ਮੈਂ ਵਰਤੈ ਏਕੋ ਸੋਈ। ਤੇ ਸਾਰਿਆਂ ਵਿੱਚੋਂ ਮਾਲਕ ਵਾਹਿਗੁਰੂ ਦੀ ਰੌਂ ਚੱਲ ਰਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਸੁਭਾਇਮਾਨ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਮਹਾਰਾਜ ਕਹਿੰਦੇ ਜਿਵੇਂ ਧਾਗਾ ਇੱਕ ਹੈ ਤੇ ਉਹਦੇ ਵਿੱਚ ਪਰੋਏ ਹੋਏ ਮਣਕੇ ਸੈਂਕੜੇ ਨੇ, ਤੇ ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਣੇ ਪੇਟੇ ਦੇ ਨਾਲ। ਬਿਲਕੁਲ ਐਵੇਂ ਉਹ ਮਾਲਕ ਨੇ ਕਾਇਨਾਤ ਬਣਾਈ ਤੇ ਉਹ ਕਾਇਨਾਤ ਨੂੰ ਬਣਾ ਕੇ ਲਾਂਭੇ ਨਹੀਂ ਹੋਇਆ, ਕਾਇਨਾਤ ਦੇ ਵਿੱਚ ਹੈ। ਸਭ ਨਦਰੀ ਹੇਠ ਚਲਾ ਜਾਂਦਾ, ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਰੱਖਿਆ ਹੋਇਆ। ਕਦੀ ਹੋਇਆ ਕਿ ਉਹ ਮਾਲਕ ਵਾਹਿਗੁਰੂ ਨੇ ਕਿਸੇ ਮਨੁੱਖ ਨੂੰ ਬਣਾਇਆ ਫਿਰ ਉਹ ਭੁੱਲ ਗਿਆ, ਉਹ ਮਰੇ ਹੀ ਨਹੀਂ, ਰੱਬ ਦੇ ਧਿਆਨ 'ਚ ਨਹੀਂ। ਸੰਸਾਰਕ ਤੌਰ ਤੇ ਇੰਝ ਸਮਝੀਏ, ਕੋਈ ਬੰਦਾ ਕੋਈ ਫੈਕਟਰੀ ਚਲਾਵੇ, ਬੰਦਾ ਕੋਈ ਕਾਰਖਾਨਾ ਚਲਾਵੇ ਤੇ ਬੰਦੇ 50 ਹੋ ਜਾਣ ਤੇ ਕਹਿੰਦਾ ਹੁਣ ਇੱਕ ਸੁਪਰਵਾਈਜ਼ਰ ਲਾਉਣਾ ਪਏਗਾ, ਇਹਦੇ ਉੱਤੇ ਇੱਕ ਜਿਹੜਾ ਹੈ ਫੋਰਮੈਨ ਹੋਏਗਾ, ਕਿਉਂਕਿ ਸਾਰਿਆਂ ਦੀ ਨਿਗਾਹ ਰੱਖਣੀ ਹੈ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜਿਨੇ ਸਾਰੀ ਕਾਇਨਾਤ ਬਣਾਈ ਹੈ, ਤੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਰੱਖੀ ਬੈਠਾ ਹੈ। ਜਿਹਦਾ ਸਮਾਂ ਆ ਰਿਹਾ ਉਹ ਤੁਰਿਆ ਜਾ ਰਿਹਾ, ਕਿਸੇ ਨੂੰ ਪੈਦਾ ਕਰ ਰਿਹਾ, ਕਿਸੇ ਨੂੰ ਫਨਾ ਕਰ ਰਿਹਾ। ਔਰ ਇੱਕ ਉਹ ਮਾਲਕ ਵਾਹਿਗੁਰੂ ਜਿਸ ਤਰ੍ਹਾਂ ਸਗਲ ਬਨਸਪਤ ਮਹਿ ਬੈ ਸੰਤਰ, ਸਾਰੀ ਬਨਾਸਪਤੀ ਦੇ ਵਿੱਚ ਅੱਗ ਹੈ, ਸਗਲ ਦੂਧ ਮੈਂ ਘੀਆ, ਦੁੱਧ ਵਿੱਚ ਘਿਓ ਹੈ। ਇਸੇ ਤਰ੍ਹਾਂ ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ
ਮਾਧੋ ਜੀਆ। ਧਿਆਨ ਰੱਖਣਾ ਭਾਗਾਂ ਵਾਲਾ, ਉਸ ਰੱਬ ਦੀ ਹੋਂਦ ਨੂੰ ਸਮਝਣਾ ਕਿੰਨਾ ਕੁ ਔਖਾ ਹੈ ਜੀ। ਤੁਸੀਂ ਤੱਕ ਕੇ ਵੇਖੋ, ਮਾਲਕ ਵਾਹਿਗੁਰੂ ਨੇ ਆ ਸੰਸਾਰਿਕ ਚਿੱਤਰ ਬਣਾਏ, ਇੱਕ ਸੰਸਾਰ ਬਣਾਇਆ ਆ ਗੁਰਮਤ ਦੇ ਵਿੱਚ ਤਸਵੀਰਾਂ ਦੀ ਬਿਲਕੁਲ ਮਨਾਹੀ ਹੈ, ਇਹ ਮਨਮਤ ਹੈ। ਸਿੱਖ ਰਹਿਤ ਮਰਿਆਦਾ ਦੇ ਅੰਦਰ ਬੜਾ ਸਾਫ਼ ਲਿਖਿਆ ਹੈ ਕਿ ਤਸਵੀਰ ਨੂੰ ਸਿੱਖ ਨਹੀਂ ਪੂਜਦਾ, ਇਹ ਮਨਮਤ ਹੈ। ਮੈਂ ਇੱਕ ਉਦਾਹਰਨ ਦੇ ਕੇ ਗੱਲ ਕਰ ਰਿਹਾ। 10 ਕਾਲਪਨਿਕ ਤਸਵੀਰਾਂ ਇੱਕ ਬਣਾਉਣ ਵਾਲੇ ਚਿੱਤਰਕਾਰ ਨੇ ਬਣਾਈਆਂ ਤੇ ਉਹਦੇ ਵਿੱਚ ਉਹ ਫਰਕ ਨਹੀਂ ਰੱਖ ਸਕਿਆ। ਲੇਖਾ ਲੱਗ ਜਾਂਦਾ ਹੈ ਉਹਦੀ ਨਿਗਾਹ ਵਿੱਚ, ਉਹਦੀ ਨਜ਼ਰ ਵਿੱਚ। ਗੁਰਮਤ ਪ੍ਰਵਾਨ ਨਹੀਂ ਕਰਦੀ, ਮੈਂ ਵਾਰ-ਵਾਰ ਬੇਨਤੀ ਕਰ ਰਿਹਾ। ਉਹਦੀ ਨਿਗਾਹ ਵਿੱਚ ਜਦੋਂ ਉਹਨੇ ਬਣਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹਦੀ ਜਿਹੜੀ ਮਨੋਕਲਪਿਤ ਫੋਟੋ ਹੈ, ਉਹਦੇ ਵਿੱਚ ਫਰਕ ਨਹੀਂ ਜਾਪਦਾ। ਔਰ ਮਾਲਕ ਵਾਹਿਗੁਰੂ ਨੇ ਕਿੰਨੇ ਚਿੱਤਰ ਬਣਾਏ, ਆਪਾਂ ਤੁਰੇ ਫਿਰਦੇ ਆ ਜੀ ਬਣਾਏ। ਕਿਸੇ ਦੀ ਆਵਾਜ਼ ਨਹੀਂ ਰਲਦੀ, ਕਿਸੇ ਦੀ ਸ਼ਕਲ ਨਹੀਂ ਰਲਦੀ, ਕਿਸੇ ਦੀਆਂ ਅੱਖਾਂ ਦੇ ਬਾਇਓਮੈਟ੍ਰਿਕਸ ਹੁੰਦੀ ਹੈ। ਕਿਉਂ? ਕਿਉਂਕਿ ਅੱਖਾਂ ਨੂੰ ਸਕੈਨ ਕੀਤਾ ਜਾਂਦਾ, ਨਹੀਂ ਰਲਦੀ। ਆਵਾਜ਼ ਨਹੀਂ ਰਲਦੀ, ਹੱਥਾਂ ਦੇ ਨਿਸ਼ਾਨ ਨਹੀਂ ਰਲਦੇ। ਉਹ ਮਾਲਕ ਵਾਹਿਗੁਰੂ ਨੇ ਕਾਇਨਾਤ ਬਣਾਈ, ਵਿਣ ਥੰਮੇ ਗਗਨ ਰਹਾਇਆ। 500 ਫੁੱਟ ਦਾ 700 ਫੁੱਟ ਦਾ ਲੈਂਟਰ ਪਾਉਣਾ ਤੇ ਉਹਦੇ ਥੱਲੇ ਥੰਮੀਆਂ। ਪਰ ਉਹ ਮਾਲਕ ਵਾਹਿਗੁਰੂ ਨੇ ਇੰਨਾ ਵੱਡਾ ਆਕਾਸ਼ ਬਣਾਇਆ ਤੇ ਉਹਦੇ ਥੱਲੇ ਕੋਈ ਥੰਬੀ ਨਹੀਂ, ਉਹ ਟਿਕਿਆ ਹੋਇਆ। ਇਸ ਕਰਕੇ ਮਹਾਰਾਜ ਕਹਿ ਲੱਗੇ ਉਹ ਬਣਾਉਂਦਾ ਵੀ ਹੈ, ਉਹ ਫਨਾ ਵੀ ਕਰਦਾ ਹੈ ਤੇ ਉਹ ਮਾਲਕ ਵਾਹਿਗੁਰੂ ਰਮਿਆ ਹੋਇਆ ਹੈ। ਬੰਦਾ ਕਿਹਨੂੰ ਆਖਦੇ ਆ ਜੀ? ਸਰੀਰ ਨੂੰ। ਯਾਦ ਰੱਖੀ, ਜਦ ਸੀ ਉਸੇ ਬੰਦੇ ਲਈ ਸ਼ਬਦ ਵਰਤੀਏ ਜੀ, ਇਹ ਚੜ੍ਹਾਈ ਕਰ ਗਿਆ, ਇਹ ਸੰਸਾਰ ਤੋਂ ਚਲਿਆ ਗਿਆ, ਸਾਨੂੰ ਛੱਡ ਗਿਆ। ਕੌਣ ਛੱਡ ਗਿਆ? ਜੇ ਸਰੀਰ ਬੰਦਾ ਹੈ ਤੇ ਪਿਆਰਿਓ, ਸਰੀਰ ਤੇ ਉਦੋਂ ਵੀ ਹੁੰਦਾ ਜਦੋਂ ਅਸੀਂ ਉਹ ਸ਼ਬਦ ਵਰਤ ਰਹੇ ਹੁੰਨੇ ਆ ਵੀ ਇਹ ਚਲਿਆ ਗਿਆ, ਚੜ੍ਹਾਈ ਕਰ ਗਿਆ, ਇਹ ਰਿਹਾ ਨਹੀਂ ਜੀ, ਸਾਨੂੰ ਛੱਡ ਗਿਆ। ਉਹ ਕਿਹੜੀ ਚੀਜ਼ ਹੈ ਜੀ? ਉਸ ਮਾਲਕ ਵਾਹਿਗੁਰੂ ਨੇ ਵਿਧੀ ਵਿਧਾਨ ਦੇ ਨਾਲ ਜੋ ਇਹਦੇ ਵਿੱਚ ਰੌਂ ਪਾਈ ਹੋਈ ਸੀ, ਜੋ ਇਸ ਮਿੱਟੀ ਦੇ ਪੁਤਲੇ ਨੂੰ ਤੋਰੀ ਫਿਰਦੀ ਸੀ, ਜਿਹਦੇ ਕਰਕੇ ਗੱਲਾਂ ਕਰੀ ਜਾਂਦਾ ਸੀ, ਬੋਲੀ ਜਾਂਦਾ ਸੀ, ਜਿਹਨੂੰ ਗੁਰਮਤ ਵਿੱਚ ਆਤਮਾ ਵੀ ਆਖਿਆ, ਜਿੰਦ ਵੀ ਆਖਿਆ, ਪ੍ਰਾਣ ਵੀ ਆਖਿਆ। ਮਾਲਕ ਵਾਹਿਗੁਰੂ ਨੇ ਉਹ ਪਾਈ ਹੋਈ ਹੈ ਤੇ ਬੰਦਾ ਤੁਰਿਆ ਫਿਰਦਾ ਹੈ। ਜਦੋਂ ਖਿੱਚ ਲਵੇ ਤੇ ਪਲ ਵਿੱਚ ਤੁਰਦਾ ਫਿਰਦਾ ਉਹ ਬੰਦਾ ਮਿੱਟੀ ਦੀ ਢੇਰੀ। ਇਸ ਕਰਕੇ ਮਹਾਰਾਜ ਕਹਿ ਲੱਗੇ ਆਪੇ ਥਾਪ ਉਥਾਪੇ ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਸ਼ੋਭਾ ਪਾਵਨਿਆ। ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋ ਕੇ। ਜਦੋਂ ਉਸ ਮਾਲਕ ਵਾਹਿਗੁਰੂ ਦੀ ਹੋਂਦ ਨੂੰ ਬੰਦਾ ਸਵੀਕਾਰ ਕਰ ਲਏ ਤੇ ਉਸ ਮਾਲਕ ਵਾਹਿਗੁਰੂ ਨਾਲ ਜੁੜ ਜਾਏ, ਉਸ ਦੀ ਬਾਣੀ ਨਾਲ ਜੁੜ ਜਾਏ, ਫਿਰ ਕੀ ਹੁੰਦਾ ਜੀ? ਸ਼ੋਭਾ ਪਾਵਨਿਆ। ਉਹ ਗੁਰੂ ਦੀ ਨਿਗਾਹ ਵਿੱਚ ਵੀ ਪ੍ਰਵਾਨ ਹੈ, ਉਹ ਸੰਸਾਰ ਦੀ ਨਿਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ। ਹਉ ਵਾਰੀ ਜੀਓ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਮਹਾਰਾਜ ਜੀ ਨੇ ਅੱਗੇ ਰਹਿਮਤਾਂ ਕੀਤੀਆਂ, ਮੈਂ ਕੁਰਬਾਨ ਹਾਂ ਉਸ ਤੋਂ। ਕਿਸ ਤੋਂ ਜੀ? ਨਿਰੰਕਾਰੀ। ਮੈਂ ਫਿਰ ਬੇਨਤੀ ਕਰਦੇ ਹਾਂ, ਕਿਸੇ ਆਕਾਰ ਨਾਲ ਅਸੀਂ ਨਹੀਂ ਜੁੜਨਾ, ਕਿਸੇ ਤਸਵੀਰ ਨਾਲ ਅਸੀਂ ਨਹੀਂ ਜੁੜਨਾ। ਮਾਲਕ ਵਾਹਿਗੁਰੂ ਜੀ ਆਖਣ ਲੱਗੇ ਨਿਰੰਕਾਰੀ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਕਾਰ ਤੋਂ ਰਹਿਤ ਹੈ। ਜਦੋਂ ਉਹਦੀ ਹੋਂਦ ਨਾਲ, ਉਹਦੇ ਹੋਣ ਦਾ ਅਹਿਸਾਸ ਤੇਰੇ ਹਿਰਦੇ ਵਿੱਚ ਵਸ ਜਾਏਗਾ, ਮਾਲਕ ਵਾਹਿਗੁਰੂ ਕਹਿਣ ਲੱਗੇ ਮੈਂ ਉਹਨਾਂ ਤੋਂ ਬਲਿਹਾਰ ਹਾਂ, ਉਹਨਾਂ ਤੋਂ ਕੁਰਬਾਨ ਹਾਂ। ਅੱਗੇ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਤੇ ਸਰੂਪ ਨਾ ਰੇਖਿਆ ਘਟ ਘਟ ਦੇਖਿਆ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਵਿੱਚ ਵੀ ਹੈ, ਜਿਹੜਾ ਸਰਗੁਣ ਸਰੂਪ ਵਿੱਚ ਵੀ ਹੈ। ਬਚਨ ਪੜ੍ਹਦੇ ਹਾਂ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰਗੁਣ, ਨਿਰਗੁਣ, ਨਿਰੰਕਾਰ। ਸਰਗੁਣ ਕੀ ਹੈ ਜੀ? ਮਾਲਕ ਵਾਹਿਗੁਰੂ ਨੇ ਕਾਇਨਾਤ ਬਣਾਈ ਹੈ, ਇਹ ਦਿਖਦਾ ਪਸਾਰਾ ਸਰਗੁਣ ਸਰੂਪ ਹੈ ਉਸ ਮਾਲਕ ਵਾਹਿਗੁਰੂ ਦਾ। ਨਿਰਗੁਣ ਹੈ ਜਿਹੜਾ ਦਿਖਦਾ ਨਹੀਂ, ਜਿਹਨੂੰ ਮਹਿਸੂਸ ਕੀਤਾ ਜਾਂਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਬੜਾ ਕੁਝ, ਕਿਉਂਕਿ ਤਰਕਵਾਦੀ ਬੰਦਾ ਨਾ ਹਰ ਗੱਲ ਤੇ ਤਰਕ ਕਰਦਾ ਹੈ, ਪਰ ਧਿਆਨ ਰੱਖਿਓ ਬੜਾ ਕੁਝ ਐਸਾ ਹੈ ਜਿਹੜਾ ਬੰਦਾ ਜਿਉਂਦਿਆਂ ਜੀ ਮਹਿਸੂਸ ਕਰਦਾ ਹੈ। ਮੈਂ ਇੱਕ ਬੜੀ ਵਿਦਵਾਨ ਦੀ ਗੱਲ ਪੜ੍ਹੀ, ਕਹਿੰਦੇ ਇੱਕ ਗੁਰਮੁਖ ਬੈਠਾ ਤੇ ਉਹਦੇ ਨਾਲ ਉਹਦਾ ਚੇਲਾ ਬੈਠਾ, ਉਹਦਾ ਸਾਥੀ ਬੈਠਾ,
ਬਾਣੀ ਪੜ੍ਹਨ ਲੱਗ ਗਏ। ਤੇ ਜਦੋਂ ਬਾਣੀ ਪੜ੍ਹ ਕੇ ਨਾ ਹਟੇ ਤੇ ਗੁਰਮੁਖ ਦੇ ਸਹਿਜ ਸੁਭਾਏ ਇਹ ਆਵਾਜ਼ ਉਹਨੇ ਕੱਢ ਦਿੱਤੀ, ਕਹਿੰਦਾ ਅੱਜ ਬਹੁਤ ਆਨੰਦ ਆਇਆ, ਅੱਜ ਤੇ ਬੜਾ ਆਨੰਦ ਬਣਿਆ, ਮਾਲਕ ਦੇ ਦਰਸ਼ਨ ਹੋ ਗਏ। ਧਿਆਨ ਦੇਣਾ, ਵੈਸੇ ਅਸੀਂ ਵੀ ਨਾ ਇਸੇ ਕਰਕੇ ਆਕਾਰਾਂ ਤੇ ਸਰੀਰਾਂ ਦੀ ਪੂਜਾ ਵਿੱਚ ਪਏ ਆ ਵੀ ਸ਼ਾਇਦ ਰੱਬ ਵਿਖੇਗਾ। ਔਰ ਇਸੇ ਤਰ੍ਹਾਂ ਜਦੋਂ ਉਸ ਗੁਰਮੁਖ ਪਿਆਰੇ ਨੇ ਆਖਿਆ ਨਾ ਕਿ ਅੱਜ ਬੜਾ ਆਨੰਦ ਆਇਆ, ਅੱਜ ਤੇ ਰੱਬ ਦੇ ਦਰਸ਼ਨ ਹੋ ਗਏ, ਕੋਲ ਬੈਠਾ ਸਾਥੀ ਚੇਲਾ ਕਹਿਣ ਲੱਗਾ, ਕਹਿੰਦਾ ਮੈਂ ਵੀ ਇੱਥੇ ਬੈਠਾ, ਤੁਸੀਂ ਵੀ ਇੱਥੇ ਬੈਠੇ ਹੋ, ਮੈਨੂੰ ਤੇ ਕੁਝ ਦਿਖਿਆ ਨਹੀਂ, ਤੁਸੀਂ ਕਹਿੰਦੇ ਹੋ ਮੈਨੂੰ ਰੱਬ ਵੇਖ ਗਿਆ, ਮੈਨੂੰ ਦਰਸ਼ਨ ਹੋ ਗਏ। ਥੋੜੀ ਦੇਰ ਬਾਅਦ ਉਸ ਗੁਰਮੁਖ ਨੇ ਕੀ ਕੀਤਾ, ਇੱਕ ਵੱਟਾ ਚੁੱਕਿਆ ਤੇ ਆਪਣੇ ਉਸ ਚੇਲੇ ਦੇ ਪੈਰ ਤੇ ਮਾਰਿਆ। ਜਦੋਂ ਮਾਰਿਆ ਨਾ, ਕਹਿੰਦਾ ਪੀੜ ਬੜੀ ਹੁੰਦੀ ਹੈ। ਤੇ ਗੁਰਮੁਖ ਪਿਆਰਾ ਆਖਣ ਲੱਗਾ, ਲਿਆ ਭਾਈ ਵਿਖਾ, ਪੀੜ ਕਿਹੋ ਜਿਹੀ ਹੁੰਦੀ ਹੈ? ਰੱਬ ਦੀ ਪ੍ਰਾਪਤੀ ਗੁਣਾ ਨਾਲ ਹੈ, ਉਹਦਾ ਅਹਿਸਾਸ ਕਰਨਾ ਹੈ। ਜਿਵੇਂ ਭੁੱਖ ਨਹੀਂ ਵਿਖਾਈ ਜਾ ਸਕਦੀ, ਕੋਈ ਆਕੇ ਜੀ ਮੈਨੂੰ ਭੁੱਖ ਬੜੀ ਲੱਗੀ ਹੈ, ਵਿਖਾ ਸਕਦੇ ਆ ਜੀ ਵੀ ਆਹ ਵੇਖ ਮੈਨੂੰ ਆਹ ਇਦਾਂ ਦੀ ਭੁੱਖ ਹੈ। ਕੋਈ ਆਕੇ ਮੈਨੂੰ ਨੀਂਦ ਬੜੀ ਆਈ ਹੈ, ਨੀਂਦ ਵਿਖਾ ਸਕਦੇ ਆ। ਬਿਲਕੁਲ ਇਸੇ ਤਰ੍ਹਾਂ ਉਹ ਮਾਲਕ ਵਾਹਿਗੁਰੂ ਨਿਰਗੁਣ ਸਰੂਪ ਵਿੱਚ ਹੈ, ਉਹਨੇ ਕਾਇਨਾਤ ਬਣਾਈ ਹੈ। ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜਾਏ, ਮੈਂ ਇਹਦੇ ਤੋਂ ਮੁਨਕਰ ਨਹੀਂ ਆ, ਪਰ ਯਾਦ ਰੱਖਿਓ ਕਿ ਬੰਦੇ ਵਰਗਾ ਪੁਤਲਾ ਦੁਬਾਰਾ ਤਿਆਰ ਕਰ ਸਕਦੀ ਹੈ ਸਾਇੰਸ, ਹਾਂ ਰੋਬੋਟ ਬਣ ਜਾਏਗਾ, ਪਰ ਉਸ ਤਰ੍ਹਾਂ ਜੋ ਹੱਥ ਪੈਰ ਮਨੁੱਖ ਦੇ ਆਪਣੇ ਕੰਮ ਕਰਦੇ ਨੇ ਉਸੇ ਤਰ੍ਹਾਂ ਕਰ ਸਕੇਗਾ? ਉਹ ਵੀ ਕਿਸੇ ਬੈਟਰੀ ਦਾ, ਕਿਸੇ ਬਿਜਲੀ ਦਾ, ਕਿਸੇ ਚੀਜ਼ ਦਾ ਮੁਹਤਾਜ ਹੈ। ਪਰ ਉਹ ਰੱਬ ਨੇ, ਵਾਹਿਗੁਰੂ ਨੇ ਮਨੁੱਖ ਪੈਦਾ ਕੀਤਾ। ਜਿਹੜੇ ਅੰਗ ਮਨੁੱਖ ਨੂੰ ਮਾਲਕ ਨੇ ਦੇ ਦਿੱਤੇ, ਆ ਬਾਂਹ ਸਾਨੂੰ ਰੱਬ ਨੇ ਬਖਸ਼ਿਸ਼ ਕਰ ਦਿੱਤੀ। ਪਿਆਰਿਓ, ਜਦੋਂ ਨਾ ਰਵੇ ਤੇ ਫਿਰ ਨਕਲੀ ਬਾਂਹ ਲਾ ਦਿੰਦੇ ਨੇ ਕਿ ਉਹ ਨਕਲੀ ਬਾਂਹ ਇਸ ਅਸਲੀ ਬਾਂਹ ਦਾ ਮੁਕਾਬਲਾ ਕਰ ਸਕੇਗੀ? ਕਿਹੜੀ ਸੰਸਾਰ ਦੀ ਐਸੀ ਚੀਜ਼ ਹੈ ਕਿ ਇੱਕ ਬੂੰਦ ਤੋਂ, ਇੱਕ ਪਾਣੀ ਤੋਂ ਇੱਕ ਮਨੁੱਖ ਬਣ ਜਾਏ? ਪਰ ਆਪਾਂ ਪੜ੍ਹਦੇ ਆ, ਬਿੰਦ ਤੇ ਜਿੰਨ ਪਿੰਡ ਕੀ ਆ, ਉਸ ਮਾਲਕ ਵਾਹਿਗੁਰੂ ਨੇ ਬਣਾਇਆ। ਇਸ ਕਰਕੇ ਮਹਾਰਾਜ ਜੀ ਆਖਣ ਲੱਗੇ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ। ਤਾਂ ਹੀ ਗੁਰਮਤ ਵਿੱਚ ਨਾ ਜੀ, ਵਿੱਚ ਦੁਨੀਆ ਸੇਵ ਕਮਾਈਆ ਦਾ ਸਿਧਾਂਤ ਹੈ ਕਿ ਇਹ ਖਲਕਤ ਵੀ ਉਸ ਮਾਲਕ ਵਾਹਿਗੁਰੂ ਦਾ ਅੰਸ਼ ਹੈ, ਉਹਦਾ ਨਿਰਗੁਣ ਸਰੂਪ, ਉਹਦਾ ਸਰਗੁਣ ਸਰੂਪ ਹੈ। ਕਿ ਜਦੋਂ ਤੂੰ ਇਹ ਖਲਕਤ ਦੀ ਸੇਵਾ ਕਰੇਗਾ, ਤੂੰ ਮਾਲਕ ਦੇ ਸਰਗੁਣ ਸਰੂਪ ਦੀ ਸੇਵਾ ਕਰੇਗਾ, ਦਿਖਦੇ ਪਸਾਰੇ ਦੀ। ਤੇ ਨਿਰਗੁਣ ਹੈ ਜਿਹੜਾ ਮਨੁੱਖ ਨੂੰ ਬਣਾਇਆ ਦਿੱਤਾ ਉਸ ਮਾਲਕ ਵਾਹਿਗੁਰੂ ਨੇ, ਉਹਦੇ ਵਿੱਚ ਜਿਹੜੀ ਰੌਂ ਪਾ ਦਿੱਤੀ, ਉਹਨੇ ਜਿਸ ਟੈਕਨੀਕ ਦੇ ਨਾਲ ਬਣਾ ਦਿੱਤਾ, ਉਹਨੇ ਸੂਰਜ ਚੰਦਰਮਾ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਤੇ ਸਰੂਪ ਨਾ ਰੇਖਿਆ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਇਸ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਹਿ ਲਗੇ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਨਿਆ। ਅਲਖ, ਲੱਖ ਦਾ ਅਰਥ ਹੈ ਲਖਿਆ ਜਾਣ ਵਾਲਾ। ਐੜਾ ਅਗੇਤਰ ਨਾ ਪੱਕੀ ਤਾਂ ਸ਼ਬਦ ਬਣ ਗਿਆ ਅਲਖ। ਔਰ ਅਲਖ ਦਾ ਅਰਥ ਹੈ ਜਿਹੜਾ ਨਹੀਂ ਲਖਿਆ ਜਾ ਸਕਦਾ, ਜਿਹੜਾ ਨਹੀਂ ਜਾਣਿਆ ਜਾ ਸਕਦਾ। ਜਿਸ ਵੇਲੇ ਗੁਰੂ ਵੱਲ ਮੁਖ ਕਰਕੇ ਬਾਣੀ ਨਾਲ ਜੁੜਿਆ ਜਾਏ, ਸ਼ਬਦ ਨਾਲ ਜੁੜਿਆ ਜਾਏ, ਤੇ ਫਿਰ ਉਹ ਮਾਲਕ ਵਾਹਿਗੁਰੂ ਜਿਹੜਾ ਲਖਿਆ ਨਹੀਂ ਜਾ ਸਕਦਾ, ਉਹਦੀ ਸੋਝੀ ਹੋ ਜਾਂਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ। ਗੁਰੂ ਦੀ ਸਿੱਖਿਆ ਦੇ ਨਾਲ ਮਹਾਰਾਜ ਜੀ ਨੇ ਰਹਾਉ ਦੇ ਬੰਦ ਵਿੱਚ ਇਹ ਸ਼ਬਦ ਵਰਤਿਆ। ਅੱਗੇ ਸਤਿਗੁਰੂ ਜੀ ਨੇ ਅਗਲੇਰੇ ਬੰਦ ਵਿੱਚ ਰਹਿਮਤਾਂ ਕੀਤੀਆਂ, ਤੂੰ ਦਇਆਲ ਕਿਰਪਾਲ ਪ੍ਰਭ ਸੋਈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਦਇਆ ਕਰਨ ਵਾਲਾ ਹੈ, ਤੂੰ ਕਿਰਪਾ ਕਰਨ ਵਾਲਾ ਹੈ। ਤੁਧ ਬਿਨ ਦੂਜਾ ਅਵਰ ਨ ਕੋਈ, ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ। ਜਿਸ ਵੇਲੇ ਆਪ ਪਾਵਨ ਬਾਣੀ ਨੂੰ ਪੜ੍ਹੋ ਜੀ, ਪਾਵਨ ਬਾਣੀ ਵਿੱਚ ਸਤਿਗੁਰੂ ਇੱਕ ਦੀ ਗੱਲ ਕਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਦੂਜੇ ਦੀ ਗੱਲ ਹੀ ਨਹੀਂ। ਔਰ ਧਿਆਨ ਰੱਖਣਾ, ਜਦੋਂ ਦੂਜੇ ਵੱਲ ਬੰਦਾ ਤੁਰਿਆ ਨਾ, ਫਿਰ ਗੁਰੂ ਸਾਹਿਬ ਨੇ ਸਾਡੇ ਲਈ ਬੜੇ ਕਰੜੇ ਸ਼ਬਦ ਵੀ ਵਰਤੇ ਨੇ। ਕਰੜੇ ਸ਼ਬਦ ਮੈਂ ਤਾਂ ਕਹਿ ਰਿਹਾ
ਜਿਵੇਂ ਘਰ ਦੇ ਵਿੱਚ ਬੱਚਾ ਹੋਵੇ ਨਾ ਜੀ, ਬੱਚਾ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਹੋਣ ਲੱਗੇ, ਘਰ ਦੀ ਮਾਣ ਮਰਿਆਦਾ ਤੋਂ ਪਹਿਲਾਂ ਮਾਂ-ਬਾਪ ਪਿਆਰ ਨਾਲ ਸਮਝਾਉਂਦਾ ਹੈ, ਤੇ ਜਦੋਂ ਫਿਰ ਨਾ ਸਮਝੇ ਨਾ, ਫਿਰ ਥੋੜਾ ਜਿਹਾ ਮਾਂ-ਬਾਪ ਕੈੜਾ ਹੋ ਜਾਂਦਾ ਹੈ। ਪਰ ਯਾਦ ਰੱਖਿਓ, ਮਾਂ-ਬਾਪ ਦਾ ਉਹ ਕੈੜਾ ਹੋਣਾ, ਕਰੜਾ ਹੋਣਾ ਇਸ ਕਰਕੇ ਹੈ ਕਿ ਸਾਡਾ ਬੱਚਾ ਗਲਤ ਰਾਹ ਨਾ ਪੈ ਜਾਏ। ਬਿਲਕੁਲ ਐਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਪਾਵਨ ਬਾਣੀ ਦੇ ਅੰਦਰ ਜਿੱਥੇ ਉਪਦੇਸ਼ ਕੀਤਾ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਮਿਆਰ ਤੋਂ ਬਾਹਰ ਹੋ ਕੇ ਆਪਣਾ ਜੀਵਨ ਜਿਉਣ ਲੱਗੇ, ਤੇ ਗੁਰੂ ਸਾਹਿਬ ਨੇ ਫਿਰ ਸਾਡੇ ਸੁਧਾਰ ਵਾਸਤੇ, ਸਾਡੇ ਭਲੇ ਵਾਸਤੇ ਮਹਾਰਾਜ ਨੇ ਕੁਝ ਕਰੜੇ ਸ਼ਬਦ ਵੀ ਵਰਤੇ। ਪਰ ਮੈਂ ਬੇਨਤੀ ਕਰਦਾ ਵਾਂ, ਜਿਹੜਾ ਬੱਚਾ ਮਾਂ-ਬਾਪ ਦੀ ਝਿੜਕ ਸਹਿ ਜਾਏ, ਜਿਹੜਾ ਬੱਚਾ ਆਪਣੇ ਅਧਿਆਪਕ ਦਾ ਦਬਕਾ ਸਹਿ ਜਾਏ, ਜੀਵਨ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ। ਤੇ ਜਿਹੜਾ ਮਾਂ-ਬਾਪ ਦੀ ਝਿੜਕ ਨਾ ਸਵੇ ਤੇ ਧਿਆਨ ਦੇਣਾ ਸਾਰੀ ਜ਼ਿੰਦਗੀ ਖੁਆਰ ਹੁੰਦਾ ਹੈ। ਗੁਰੂ ਵੀ ਸਾਡੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੇ ਮਹਾਰਾਜ ਜੀ ਨੇ ਫਿਰ ਜਦੋਂ ਇੱਕ ਨੂੰ ਛੱਡ ਕੇ ਦੂਜੇ ਵੱਲ ਤੁਰੇ ਨਾ, ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਤਿਆਗ ਸੁਆਮੀ ਆਨ ਜੋ ਚਿਤਵਤ। ਤਿਆਗ ਸੁਆਮੀ ਤੋਂ ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਨੂੰ ਛੱਡ ਕੇ ਆਨ ਜੋ ਚਿਤਵਤ, ਆਨ ਦਾ ਅਰਥ ਹੈ ਜੀ ਹੋਰ, ਜੋ ਦੂਜੇ ਨੂੰ ਚਿਤਵਦਾ ਹੈ। ਤਿਆਗ ਸੁਆਮੀ ਆਨ ਜੋ ਚਿਤਵਤ, ਮੂੜ ਮੁਗਦ ਖਲ ਖਾਰਤੇ। ਉਹ ਕੌਣ ਨੇ? ਪਰਲੇ ਦਰਜੇ ਦੇ ਮੂਰਖ ਨੇ। ਵਾਹਿਗੁਰੂ, ਮੈਂ ਤਾਂ ਅਰਥ ਕਰ ਰਿਹਾ ਜੀ ਬਾਣੀ। ਮਹਾਰਾਜ ਕਹਿੰਦੇ ਮੂੜ ਮੁਗਦ, ਪਰਲੇ ਦਰਜੇ ਦਾ ਮੂਰਖ ਹੈ, ਫਿਟਕਾਰ ਯੋਗ ਹੈ। ਖਾਲ ਦਾ ਅਰਥ ਹੈ ਮੂਰਖ, ਤੇ ਖਾਰ ਦਾ ਅਰਥ ਹੈ ਖੋਤਾ ਹੈ। ਤੇ ਮਹਾਰਾਜ ਕਹਿ ਲਗੇ ਉਹਨਾਂ ਦੀ ਹਾਲਾਤ ਕੀ ਹੈ? ਮੂੜ ਮੁਗਦ ਖਾਲ ਖਾਰਤੇ, ਕਾਗਰ ਨਾਮ ਲੰਘੈ ਕਿਤ ਸਾਗਰ, ਬ੍ਰਿਥਾ ਕਥਤ ਹਮ ਤਰਤੇ। ਕਹਿੰਦੇ ਕਾਗਜ਼ ਦੀਆਂ ਬੇੜੀਆਂ ਤੇ ਸਵਾਰ ਹੋਏ ਫਿਰਦੇ ਤੇ ਕਹਿੰਦੇ ਅਸੀਂ ਪਾਰ ਹੋ ਜਾਵਾਂਗੇ। ਇਸ ਕਰਕੇ ਮਹਾਰਾਜ ਕਹਿ ਲਗੇ ਧਿਆਨ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਆਕਾਰ, ਕਿਸੇ ਸਰੀਰ ਨਾਲ ਨਹੀਂ ਜੁੜਨਾ। ਉਹ ਮਾਲਕ ਵਾਹਿਗੁਰੂ ਆਪ ਹੈ, ਤੁਧ ਬਿਨ ਦੂਜਾ ਅਵਰ ਨ ਕੋਈ। ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਜਿਸ ਵੇਲੇ ਗੁਰੂ ਦੀ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ, ਉਹ ਮਾਲਕ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰ ਦਵੇ, ਸ਼ਬਦ ਦੀ ਬਖਸ਼ਿਸ਼ ਕਰ ਦਵੇ। ਫਿਰ ਹਿਰਦੇ ਦੇ ਵਿੱਚ ਗੁਰੂ ਦੀ ਸਦੀਵੀ ਯਾਦ ਟਿਕ ਜਾਂਦੀ ਹੈ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਉਹ ਮਾਲਕ ਵਾਹਿਗੁਰੂ ਸੱਚਾ ਹੈ, ਸਿਰਜਣਹਾਰ ਬਣਾਉਣ ਵਾਲਾ ਹੈ। ਤੇ ਉਸ ਮਾਲਕ ਵਾਹਿਗੁਰੂ ਦੇ ਘਰ ਬੇਅੰਤ ਭਗਤੀ ਤੇ ਭੰਡਾਰ ਹਨ। ਭਗਤੀ ਕੀ ਹੈ ਜੀ? ਗੁਣਾਂ ਦਾ ਜੀਵਨ ਵਿੱਚ ਆ ਜਾਣਾ। ਜਿਸ ਵੇਲੇ ਅਸੀਂ ਮਾਲਕ ਨਾਲ ਸਾਂਝ ਕਰਨ ਦੀ ਗੱਲ ਕਰਾਂਗੇ ਜੀ, ਜਿਸ ਵੇਲੇ ਭਾਈ ਸਾਹਿਬ ਜੀ ਨੇ ਲੜੀਵਾਰ ਸ਼ਬਦ ਪੜ੍ਹਿਆ, ਤੇ ਉਹਨਾਂ ਨੇ ਟੇਕ ਵਿੱਚ ਇੱਕ ਬਚਨ ਬੜਾ ਪਿਆਰਾ ਪੜ੍ਹਿਆ, ਸਤਿਗੁਰ ਕੀ ਜਿਸ ਨੋ ਮਤਿ ਆਵੇ। ਮਾਲਕ ਨਾਲ ਜੁੜਨ ਦੀ, ਜੁੜੇ ਹੋਏ ਦੀ ਪਛਾਣ ਕਰਨੀ ਕੋਈ ਬਹੁਤੀ ਔਖੀ ਨਹੀਂ ਹੈ। ਸਤਿਗੁਰ ਕੀ ਜਿਸ ਨੋ ਮਤਿ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਜਦੋਂ ਗੁਣ ਇਕੱਠਾ ਕਰੇਗਾ ਫਿਰ ਭਗਤੀ ਹੈ, ਬਿਨਾ ਗੁਣਾ ਤੋਂ ਭਗਤੀ ਨਹੀਂ। ਵੇਣ ਗੁਣ ਕੀਤੇ ਭਗਤ ਨਾ ਹੋਏ। ਬਾਹਰੀ ਤੌਰ ਤੇ, ਸਰੀਰਕ ਤੌਰ ਤੇ ਬੈਠਕਾ ਮਾਰਦਾ ਰਹਿ, ਪਹਿਰਾਵਾ ਪਹਿਨ ਲੈ, ਜੋ ਮਰਜ਼ੀ ਅਰਪਣ ਕਰੀ ਜਾ, ਪਰ ਜਿੰਨੀ ਦੇਰ ਤੱਕ ਆਪਣੇ ਜੀਵਨ ਅੰਦਰ ਗੁਣ ਨਹੀਂ ਲਿਆਏਗਾ, ਉਨੀ ਦੇਰ ਤੱਕ ਤੇਰੀ ਭਗਤੀ ਨਹੀਂ ਹੈ। ਮਹਾਰਾਜ ਕਹਿ ਲਗੇ ਇਸ ਕਰਕੇ ਬੇਅੰਤ ਗੁਣਾਂ ਮਾਲਕ ਵਾਹਿਗੁਰੂ। ਤੇ ਜਿਹੜਾ ਤੇਰੇ ਗੁਣਾਂ ਨਾਲ ਜੁੜ ਜਾਏ, ਮਾਲਕ ਵਾਹਿਗੁਰੂ ਤੇਰੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਨੇ ਅੱਗੇ ਬਖਸ਼ਿਸ਼ਾਂ ਕੀਤੀਆਂ, ਗੁਰਮੁਖ ਨਾਮ ਮਿਲੈ ਮਨ ਭੀਜੈ। ਗੁਰਮੁਖ ਤੋਂ ਅਰਥ ਹੈ ਗੁਰੂ ਦੇ ਰਾਹੀਂ, ਜਿਹੜਾ ਗੁਰੂ ਦੇ ਸਨਮੁਖ ਹੋ ਜਾਏ। ਨਾਮ ਮਿਲੈ ਮਨ ਭੀਜੈ, ਫਿਰ ਮਨ ਭਿੱਜ ਜਾਂਦਾ ਹੈ। ਸਹਿਜ ਸਮਾਧ ਲਗਾਵਣਿਆ, ਆਤਮਕ ਅਡੂਲਤਾ ਪ੍ਰਾਪਤ ਹੋ ਜਾਂਦੀ ਹੈ। ਧਿਆਨ ਦੇਣਾ, ਜਿਹੜਾ ਨਾਮ ਨਾਲ ਜੁੜ ਜਾਏ ਉਹਨੂੰ ਕੋਈ ਮਥਾਜਗੀ ਨਹੀਂ ਹੁੰਦੀ। ਮੈਂ ਕਈ ਵਾਰ ਕਹਿੰਦਾ, ਸੰਸਾਰਕ ਤੌਰ ਤੇ
ਸੰਸਾਰ ਵਿੱਚ ਵੱਡੇ ਵੱਡੇ ਅਖਵਾਉਣ ਵਾਲੇ ਗੁਰੂ ਆਪਣਾ ਪ੍ਰਭਾਵ ਪਾਉਣ ਲਈ ਵੱਡੇ ਵੱਡੇ ਚੌਧਰੀਆਂ ਤੇ ਲੀਡਰਾਂ ਨੂੰ ਆਪਣੇ ਡੇਰਿਆਂ 'ਚ ਬੁਲਾਉਂਦੇ ਵੀ ਸਾਡਾ ਪ੍ਰਭਾਵ ਬਣੇ। ਪਰ ਯਾਦ ਰੱਖਿਓ, ਜਿਸ ਵੇਲੇ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਕੋਲੇ ਮੌਕੇ ਦਾ ਹਾਕਮ ਆਇਆ ਤੇ ਸਤਿਗੁਰੂ ਮਹਾਰਾਜ ਨੇ ਤਾਂ ਪਰਵਾਹ ਨਹੀਂ ਕੀਤੀ। ਖਡੂਰ ਸਾਹਿਬ ਦੀ ਧਰਤੀ ਤੇ ਹੁਮਾਯੂੰ ਆਇਆ ਸੀ ਨਾ, ਮਹਾਰਾਜ ਨੇ ਪਰਵਾਹ ਨਹੀਂ ਕੀਤੀ। ਆਤਮਕ ਅਡੋਲਤਾ ਜਿਸ ਅੰਦਰ ਆ ਗਈ ਉਹ ਪਰਵਾਹ ਨਹੀਂ ਕਰਦਾ। ਸਾਹਿਬ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਆਪਾਂ ਬੈਠੇ ਆ। ਇਹ ਬੰਗਲਾ ਸੀ ਨਾ ਰਾਜਾ ਜੈ ਸਿੰਘ ਦਾ, ਤੇ ਕਿੰਨੇ ਤਰਲੇ ਲਏ ਸੀ ਔਰੰਗਜ਼ੇਬ ਨੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੈਨੂੰ ਦਰਸ਼ਨ ਦੇ ਦੇਣ। ਮਹਾਰਾਜ ਨੇ ਕਿਹਾ ਨਹੀਂ, ਕਿਉਂਕਿ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਆਖਿਆ ਸੀ ਕਿ ਇਹ ਮਲੇਸ਼ ਗੁਰੂ ਘਰ 'ਚ ਪਾੜਾ ਪਾਉਣ ਦਾ ਯਤਨ ਕੀਤਾ ਹੈ, ਇਹਦੇ ਮੱਥੇ ਨਹੀਂ ਲੱਗਣਾ। ਅੱਡੀ ਚੋਟੀ ਦਾ ਜ਼ੋਰ ਲਾਇਆ। ਮਿਰਜ਼ਾ ਜੈ ਸਿੰਘ ਜੀ ਨੂੰ ਆਖਿਆ ਕਿ ਜੋ ਮਰਜ਼ੀ ਹੋਵੇ ਮੈਨੂੰ ਇੱਕ ਵਾਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਮਿਲਾ ਦੇ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਦੁਨੀਆ ਦੇ ਅਖੌਤੀ ਅਖਵਾਉਣ ਵਾਲੇ ਗੁਰੂ ਵੱਡੇ ਵੱਡੇ ਚੌਧਰੀਆਂ ਤੇ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ, ਪਰ ਜਿਹੜੇ ਗੁਰੂ ਬਣ ਗਏ ਸੱਚੇ, ਕਿਉਂਕਿ ਸ਼ਬਦ ਪੂਰਾ ਗੁਰੂ ਵੀ ਇਹਦੇ ਵਿੱਚ ਆਇਆ, ਜਿਹੜਾ ਸੱਚਾ ਗੁਰੂ ਹੈ ਨਾ ਪਿਆਰਿਓ, ਉਹ ਪਰਵਾਹ ਨਹੀਂ ਕਰਦਾ। ਤੇ ਫਿਰ ਹੱਥ ਜੋੜ ਕੇ ਆਖਣ ਲੱਗੇ ਮਹਾਰਾਜ ਕੋਈ ਬਖਸ਼ਿਸ਼ ਤੇ ਕਰ ਦਿਓ। ਤੇ ਉਸ ਵੇਲੇ ਬਚਨ ਕੀ ਕੀਤਾ ਮਹਾਰਾਜ ਜੀ ਨੇ, ਕਿਆ ਖਾਦਾ ਕਿਆ ਪਹਿਨਦਾ ਹੋਏ, ਜਾਮਾ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ। ਮਹਾਰਾਜ ਕਹਿ ਲਗੇ ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਆਤਮਕ ਅਡੋਲਤਾ ਆ ਗਈ, ਕਿਸੇ ਦੀ ਪਰਵਾਹ ਨਹੀਂ ਹੈ। ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ। ਪ੍ਰਭ ਕੀ ਆਗਿਆ ਆਤਮੇ ਧਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਆਤਮਕ ਅਡੋਲਤਾ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਾਲਾਹੀ ਪ੍ਰੀਤਮ ਮੇਰੇ। ਮਾਲਕ ਵਾਹਿਗੁਰੂ ਮੈਂ ਸਦੀਵੀ ਤੌਰ ਤੇ ਤੇਰੇ ਗੁਣ ਗਾਵਾਂ, ਤੇਰੀ ਮਾਲਕ ਵਾਹਿਗੁਰੂ ਸਿਫਤ ਸਲਾਹ ਕਰਦਾ ਰਵਾਂ। ਹੇ ਮੇਰੇ ਪ੍ਰੀਤਮ ਤੁਧ ਬਿਨ ਅਵਰ ਨ ਕੋਈ ਜਾਚਾਂ, ਗੁਰ ਪ੍ਰਸਾਦੀ ਤੂੰ ਪਾਵਨਿਆ। ਮਾਲਕ ਵਾਹਿਗੁਰੂ ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਜਿਹਦੇ ਕੋਲੇ ਜਾ ਕੇ ਮੰਗਾ। ਗੁਰੂ ਕਿਰਪਾ ਕਰ, ਤੇਰੀਆਂ ਰਹਿਮਤਾਂ ਦੇ ਨਾਲ ਹੀ ਤੇਰੇ ਨਾਲ ਸਾਂਝ ਪੈਂਦੀ ਹੈ। ਅਗੰਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ। ਅਗੰਮ ਦਾ ਅਰਥ ਹੈ, ਗਮ ਕਹਿੰਦੇ ਨੇ ਪਹੁੰਚ ਨੂੰ, ਤੇ ਅਗੰਮ ਦਾ ਅਰਥ ਹੈ ਜਿਹੜਾ ਪਹੁੰਚ ਵਿੱਚ ਨਹੀਂ। ਅਗੋਚਰ ਜਿਹੜਾ ਗਿਆਨ ਇੰਦਰੀਆਂ ਤੋਂ ਪਰੇ ਹੈ। ਮਾਲਕ ਵਾਹਿਗੁਰੂ ਤੇਰੀ ਮਿਤ ਨਹੀਂ, ਤੇਰੀ ਵਡਿਆਈ ਨਹੀਂ ਪਾਈ ਜਾ ਸਕਦੀ। ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ। ਤੇ ਜੇ ਮਾਲਕ ਤੂੰ ਰਹਿਮਤ ਕਰ ਦਵੇਂ ਤੇ ਸਤਿਗੁਰੂ ਤੇਰੇ ਨਾਲ ਜੁੜਿਆ ਜਾ ਸਕਦਾ ਹੈ। ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਨਿਆ। ਜਦੋਂ ਪੂਰੇ ਗੁਰੂ ਨਾਲ ਜੁੜਿਆ ਜਾਏ, ਕਿਉਂਕਿ ਪਾਵਨ ਬਾਣੀ 'ਚ ਸਤਿਗੁਰੂ ਜੀ ਨੇ ਬੇਅੰਤ ਤਾਈਂ ਇਹ ਸ਼ਬਦ ਵਰਤਿਆ, ਜਿੱਥੇ ਆਪਾਂ ਪੜ੍ਹਦੇ ਹਾਂ ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿਦੀਨੋ, ਜਨਮ ਜਨਮ ਕੀ ਮੈਲ ਗਈ। ਪੂਰੇ ਗੁਰੂ ਸੱਚੇ ਸਤਿਗੁਰ ਜਦੋਂ ਲੜ ਲੱਗਿਆ ਜਾਏ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਖੁਦਰੈ, ਨਾਨਕ ਹਰ ਗੁਣ ਗਾਓ। ਜਦੋਂ ਪੂਰੇ ਗੁਰੂ ਦੇ ਲੜ ਲੱਗ ਕੇ ਸ਼ਬਦ ਨੂੰ ਧਿਆਇਆ ਜਾਏਗਾ, ਸ਼ਬਦ ਨਾਲ ਜੁੜਿਆ ਜਾਏਗਾ, ਤੇ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਸੇਵ ਸੁਖ ਪਾਵਨਿਆ, ਫਿਰ ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ। ਇਹ ਜ਼ੁਬਾਨ ਸਦਾ ਤੇਰੇ ਗੁਣ ਗਾਉਂਦੀ ਰਹੇ। ਮਾਲਕ ਵਾਹਿਗੁਰੂ ਸਦਾ ਤੇਰੀ ਸਿਫਤ ਸਲਾਹ ਕਰਦੀ ਰਹੀਏ, ਕਿਉਂਕਿ ਜਿਹੜੇ ਸਿਫਤ ਸਲਾਹ ਕਰਦੇ ਹਨ ਮਹਾਰਾਜ ਉਹ ਤੈਨੂੰ ਭਾ ਜਾਂਦੇ ਹਨ। ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸ਼ੋਭਾ ਪਾਵਨਿਆ। ਗੁਰੂ ਦੇ ਰਾਹੀਂ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੁੜ ਜਾਂਦੇ ਨੇ, ਉਹ ਆਤਮਿਕ ਆਨੰਦ ਪ੍ਰਾਪਤ ਕਰਦੇ ਨੇ। ਮਾਲਕ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੁੰਦੇ ਨੇ।
ਸੱਚੇ ਸ਼ੋਭਾ ਪਾਵਨਿਆ ਤੇ ਉਹ ਮਾਲਕ ਵਾਹਿਗੁਰੂ ਦੀ ਨਿਗਾਹ ਵਿੱਚ ਸ਼ੋਭਾ ਪ੍ਰਾਪਤ ਕਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਪੰਚ ਪ੍ਰਵਾਨ। ਪੰਚ ਦਾ ਅਰਥ ਇੱਥੇ ਮੋਹਰੀ ਹੈ ਜੀ, ਪੰਜ ਨਹੀਂ। ਜਿਵੇਂ ਆਪਾਂ ਕਹਿੰਦੇ ਆ ਸਰਪੰਚ ਭਾਵ ਮੋਹਰੀ ਆਗੂ, ਇਸੇ ਤਰ੍ਹਾਂ ਉਹ ਗੁਰਮੁਖ ਜਿਹੜੇ ਗੁਰੂ ਨਾਲ ਜੁੜ ਗਏ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹੈ ਦਰ ਆਜ਼ਾਨ ਪੰਚਾਂ ਕਾ ਗੁਰ ਏਕ ਧਿਆਨ। ਜਿਨ੍ਹਾਂ ਗੁਰਮੁਖਾਂ ਦੀ ਇੱਕ ਨਾਲ ਲਿਵ ਜੁੜ ਜਾਂਦੀ ਹੈ ਤੇ ਫਿਰ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਜਿਹੜੇ ਨਹੀਂ ਜੁੜਦੇ ਉਹਨਾਂ ਦੇ ਬਾਰੇ ਸਤਿਗੁਰੂ ਜੀ ਨੇ ਹੁਣ ਬਖਸ਼ਣ ਬਖਸ਼ਿਸ਼ ਕੀਤੇ ਹਨ। ਮਨਮੁਖ ਕਰਮ ਕਰੇ ਅਹੰਕਾਰੀ। ਮਨਮੁਖ ਆਪਣੀ ਮੱਤ ਅਨੁਸਾਰ ਕਰਮ ਕਰਦਾ ਹੈ ਤੇ ਅਹੰਕਾਰ ਹੁੰਦਾ ਹੈ। ਗੁਰੂ ਦੀ ਸੇਵਾ ਕਰਨੀ ਹੈ ਤੇ ਗੁਰੂ ਨੂੰ ਪੁੱਛੀਏ, ਗੁਰੂ ਸਾਹਿਬ ਮੈਂ ਕਿਵੇਂ ਬਾਣੀ ਪੜਾਂ? ਸਤਿਗੁਰੂ ਜੀ ਮੈਂ ਗੁਰੂ ਘਰ ਆ ਕੇ ਕਿਵੇਂ ਸੇਵਾ ਕਮਾਵਾਂ? ਕਿਉਂਕਿ ਗੁਰੂ ਨੇ ਉਹ ਸੇਵਾ ਪ੍ਰਵਾਨ ਕਰਨੀ ਹੈ ਜਿਹਦੇ ਵਿੱਚ ਗੁਰੂ ਦਾ ਮਨ ਮੰਨਦਾ ਹੈ ਜੀ। ਆਪਾਂ ਬਚਨ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਿਹਦੇ ਵਿੱਚ ਗੁਰੂ ਦਾ ਮਨ ਮੰਨੇ। ਤੇ ਗੁਰੂ ਦਾ ਮਨ ਕਦੋਂ ਮੰਨੇਗਾ? ਜੋ ਗੁਰੂ ਸਾਹਿਬ ਨੇ ਆਖਿਆ। ਜਦੋਂ ਉਸ ਤਰੀਕੇ ਨਾਲ ਬਾਣੀ ਪੜ੍ਹੀ ਜਾਏ, ਸੇਵਾ ਕਮਾਈ ਜਾਏ ਤਾਂ ਮਹਾਰਾਜ ਜੀ ਨੇ ਰਹਿਮਤ ਕੀਤੀਆਂ। ਪਰ ਕਾਰਨ ਕੀ, ਮਨਮੁਖ ਬੰਦਾ ਆਪਣੀ ਮੱਤ ਅਨੁਸਾਰ ਕਰਮ ਕਰਦਾ ਹੈ, ਹੰਕਾਰੀ ਹੋ ਜਾਂਦਾ, ਉਹਨੂੰ ਆਪਣੇ ਝੂਠੇ ਕੀਤੇ ਕਰਮਾਂ ਦਾ ਹੀ ਮਾਣ ਹੋਈ ਜਾਂਦਾ। ਜੂਐ ਜਨਮ ਸਭ ਬਾਜੀ ਹਾਰੀ। ਆਪਣਾ ਇਹ ਜਨਮ ਜਿਵੇਂ ਇੱਕ ਜੁਆਰੀ, ਜੂਏ ਵਿੱਚ ਸਭ ਕੁਝ ਹਾਰ ਜਾਂਦਾ ਹੈ। ਮਨਮੁਖ ਬੰਦਾ, ਆਪਣੀ ਮੱਤ ਮਗਰ ਚੱਲਣ ਵਾਲਾ ਬੰਦਾ ਆਪਣਾ ਇਹ ਜੀਵਨ ਖਤਮ ਕਰ ਲੈਂਦਾ ਹੈ। ਅੰਤਰ ਲੋਭ ਮਹਾ ਗੁਬਾਰਾ ਫਿਰ ਆਵਣ ਜਾਵਣਿਆ। ਉਹਦੇ ਅੰਦਰ ਲੋਭ ਹੁੰਦਾ ਹੈ, ਹਨੇਰਾ ਹੈ, ਮਾਇਆ ਦਾ ਹੰਕਾਰ ਉਹਦੇ ਅੰਦਰ ਹੈ। ਤੇ ਮਹਾਰਾਜ ਕਹਿ ਲਗੇ ਫਿਰ ਆਵਣ ਜਾਵਣਿਆ। ਉਹ ਪਲ ਪਲ ਦੇ ਜੰਮਣ ਮਰਨ ਵਿੱਚ ਪਿਆ ਹੋਇਆ ਹੈ। ਮਰਨ ਤੋਂ ਬਾਅਦ ਵੀ ਤੇ ਜਿਉਂਦਿਆਂ ਜੀ ਵੀ। ਜਦੋਂ ਪੈਸਾ ਵੇਖਿਆ ਲਾਲਚ ਆਇਆ, ਕੁੱਤਾ ਬਣ ਗਿਆ। ਪਰਾਇਆ ਤਨ ਵੇਖਿਆ ਤੇ ਹਾਥੀ ਬਣ ਗਿਆ। ਜਦੋਂ ਆਲਸੀ ਹੋਇਆ, ਮਹਾਰਾਜ ਕਹਿ ਲਗੇ ਇਹ ਬਲਦ ਬਣ ਗਿਆ। ਆਪਾਂ ਬਚਨ ਪੜ੍ਹਦੇ ਹਾਂ, ਗੁਰਮੰਤਰਹੀਣ ਸਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨ ਕੂਕਰਹਿ ਸੂਕਰਹਿ ਗਰਦਬਹਿ ਕਾਂਕੈ ਸਰਪਨੈ ਤੁਲ ਖਲੈ। ਜਿਉਂਦਿਆਂ ਜੀ ਉਹਦਾ ਜੀਵਨ ਵੀ ਜਿਹੜਾ ਹੈ ਪਲ ਪਲ ਦੇ ਜੰਮਣ ਵਾਲਾ ਮਰਨ ਵਾਲਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਜੀਵਨ ਨੂੰ ਵਡਿਆਈ ਬਖਸ਼ਦਾ ਹੈ। ਜਿਨ੍ਹਾਂ ਉੱਤੇ ਧੁਰ ਤੋਂ ਮਾਲਕ ਵਾਹਿਗੁਰੂ ਚੰਗੇ ਭਾਗ ਲਿਖ ਦੇ। ਜਿਹੜੇ ਜੁੜ ਜਾਣ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦੀ ਸੁਖ ਪਾਵਨਿਆ ਹੀ ਨਾਨਕ। ਉਹਨਾਂ ਨੂੰ ਮਾਲਕ ਵਾਹਿਗੁਰੂ ਦਾ ਉਹ ਨਾਮ ਜਿਹੜਾ ਸਾਰੇ ਡਰਾਂ ਨੂੰ ਮੁਕਾ ਦਿੰਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਉਹਨਾਂ ਦੇ ਡਰ ਮੁੱਕ ਜਾਂਦੇ ਹਨ। ਪਰ ਕਿਵੇਂ? ਜਦੋਂ ਗੁਰ ਸ਼ਬਦੀ ਸੁਖ ਪਾਵਨਿਆ, ਗੁਰੂ ਸ਼ਬਦ ਨਾਲ ਜੁੜੇਗਾ, ਮਾਲਕ ਦੇ ਗੁਣ ਗਾਏਗਾ, ਉਦੋਂ ਉਹਦੇ ਜੀਵਨ 'ਚ ਆਤਮਿਕ ਸੁਖ ਤੇ ਅਡੋਲਤਾ ਹੁੰਦੀ ਹੈ। ਧਿਆਨ ਦੇਣਾ ਜੀ, ਅਸੀਂ ਗੁਰੂ ਦੇ ਗੁਣ ਗਾਉਣੇ ਨੇ। ਪਾਵਨ ਬਾਣੀ ਅੰਦਰ ਬੇਅੰਤ ਤਾਈਂ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਮਾਲਕ ਦੇ ਗੁਣ ਗਾ, ਤੂੰ ਮਾਲਕ ਵਾਹਿਗੁਰੂ ਦੀ ਉਸਤਤ ਕਰ। ਕੀ ਗੁਰੂ ਨੂੰ ਚਾਹ ਹੈ? ਧਿਆਨ ਦੇਣਾ, ਸੰਸਾਰਿਕ ਬੰਦਾ ਕਿਸੇ 10 ਬੰਦੇ 50 ਬੰਦਿਆਂ ਵਿੱਚ ਜਾਏ, ਅੰਦਰ ਉਹਦੇ ਅੰਦਰ ਭਾਵਨਾ ਹੈ ਮੇਰੇ ਨਾਮ ਦੇ ਜਕਾਰੇ ਲੱਗਣ, ਮੇਰੀ ਵਡਿਆਈ ਹੋਵੇ, ਮੇਰੀ ਸ਼ੋਭਾ ਹੋਵੇ। ਤੇ ਜੇ ਗੁਰੂ ਵੀ ਐਸਾ ਚਾਹੁੰਦਾ ਹੈ? ਨਹੀਂ ਪਿਆਰਿਓ, ਗੁਰੂ ਦੇ ਗੁਣ ਇਸ ਕਰਕੇ ਅਸੀਂ ਨਹੀਂ ਗਾਉਂਦੇ। ਗੁਰੂ ਦੇ ਕਹਿ ਅਸੀਂ ਗਾਈਏ ਤੇ ਨਾ ਗਾਈਏ, ਨਾ ਉਹ ਵੱਡਾ ਹੋ ਜਾਣਾ, ਨਾ ਉਹਨੇ ਕਿਸੇ ਦੇ ਕਿਹਾ ਛੋਟਾ ਹੋ ਜਾਣਾ। ਆਪਾਂ ਪੜ੍ਹਦੇ ਆ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੀ ਕਾਇਨਾਤ ਵੀ ਰਲ ਕੇ ਕਿਉਂ ਨਾ ਉਹਦੇ ਗੁਣ ਗਾਈ ਜਾਏ। ਉਸ ਮਾਲਕ ਅੰਦਰ ਵੱਡਾ ਦਾਤਾ ਤਿਲ ਨਾ ਤਮਾਏ। ਉਹਦੇ ਅੰਦਰ ਕੋਈ ਤਮਾ ਤੇ ਲਾਲਚ ਨਹੀਂ ਹੈ ਵੀ ਕੋਈ ਮੇਰੇ ਗੁਣ ਗਾਵੇ। ਇਸ ਕਰਕੇ ਨੇ ਗੁਣ ਗਾਵਤ ਤੇਰੀ ਉਤਰਸ ਮੈਲ ਬਿਨਸ ਜਾਏ ਹਉ ਮੈਂ ਬਿਖ ਫੈਲ। ਅਸੀਂ ਇਸ ਕਰਕੇ ਮਾਲਕ ਦੇ ਗੁਣ ਗਾਉਣੇ ਨੇ। ਇਹਦੇ ਨਾਲ ਸਾਡੇ ਅੰਦਰ ਦੀ ਹਉਮੈ ਮੁੱਕ ਜਾਏਗੀ, ਅੰਦਰ ਦੇ ਵਿਕਾਰ ਖਤਮ ਹੋ ਜਾਂਦੇ ਨੇ। ਮਾਲਕ ਦੇ ਗੁਣ ਗਾਉਣਾ ਸਾਡਾ ਆਪਣਾ ਸਵਾਰਥ ਹੈ, ਸਾਡਾ ਆਪਣਾ ਲਾਹਾ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਸਤਿਗੁਰੂ ਨੇ ਰਹਿਮਤਾਂ ਕੀਤੀਆਂ ਹੀ ਸਮਝਾਇਆ, ਪਿਆਰਿਆ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ, ਆਕਾਰਾਂ ਤੋਂ ਬਚ ਕੇ ਰਹਿ। ਤੇ ਜਦੋਂ ਗੁਰੂ ਦੀ ਰਹਿਮਤ ਨਾਲ, ਪੂਰੇ ਗੁਰੂ ਨਾਲ ਜੁੜੇਗਾ, ਗੁਰੂ ਸ਼ਬਦ ਨਾਲ,
ਫਿਰ ਤੇਰੇ ਜੀਵਨ 'ਚ ਆਤਮਿਕ ਆਨੰਦ ਆਏਗਾ। ਤੇ ਜੇ ਗੁਰੂ ਸ਼ਬਦ ਨਾਲ ਨਹੀਂ ਜੁੜਿਆ ਤੇ ਫਿਰ ਪਲ ਪਲ ਦਾ ਜੰਮਣ ਮਰਨਾ ਇਹ ਵੀ ਪਿਆ ਤੇ ਮਰਨ ਤੋਂ ਬਾਅਦ ਵੀ ਪਿਆ। ਗੁਰੂ ਰਹਿਮਤ ਕਰੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਤੇ ਆਪਾਂ ਪਹਿਰਾ ਦਈਏ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਾਣੀ ਨਾਲ ਜੁੜੀਏ, ਕਿਉਂਕਿ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰਮਤਿ ਵਿਚਾਰਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ, ਖਿਮਾ ਕਰਨਾ। ਸਤਿਗੁਰੂ ਰਹਿਮਤਾਂ ਕਰਨ ਸਮੂਹ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ।